ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਾਡੀ ਸਾਖੀ ਦਾ ਵਿਸ਼ਾ ਹੈ ਭਾਈ ਮਰਦਾਨਾ ਜੀ ਤੇ ਸ਼ਾਹੂਕਾਰ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ, ਜੋ ਉਹਨਾਂ ਨੇ ਉਸ ਮਨੁੱਖ ਪ੍ਰਤੀ ਉਚਾਰਿਆ ਜਿਸ ਨੂੰ ਭਾਈ ਮਰਦਾਨਾ ਜੀ ਨੇ ਬੜਾ ਸੁਖੀ ਸਮਝ ਲਿਆ ਸੀ। ਭਾਈ ਮਰਦਾਨੇ ਨੇ ਉਸ ਨੂੰ ਸੁਖੀ ਕਿਵੇਂ ਸਮਝਿਆ? ਉਸ ਮਨੁੱਖ ਦੀ ਬਾਹਰਲੀ ਦਸ਼ਾ ਸੀ ਸੋਹਣੀ ਪੁਸ਼ਾਕ, ਸਰੀਰ ਦੀ ਰਿਸ਼ਟ ਪੁਸ਼ਟਤਾ ਵੀ ਸੋਹਣੀ, ਬੜੀ ਵੱਡੀ ਦੁਕਾਨ, ਨੌਕਰ ਚਾਕਰਾਂ ਤੇ ਗਾਹਕਾਂ ਦੀ ਭਰਮਾਰ, ਮਾਇਆ ਦੀਆਂ ਢੇਰੀਆਂ ਉਸ ਮਨੁੱਖ ਅੱਗੇ ਕੁਝ ਚਿਰ ਵਿੱਚ ਹੀ ਲੱਗ ਗਈਆਂ ਦੇਖੀਆਂ। ਭਾਈ ਮਰਦਾਨਾ ਜੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਆਗਿਆ ਲੈ ਕੇ ਨਗਰ ਵਿੱਚ ਭੁੱਖ ਲਈ ਗਿਆ ਸੀ, ਪਰ ਸ਼ਾਹੂਕਾਰ ਦੀ ਇਸ ਬਾਹਰਲੀ ਅਵਸਥਾ ਨੂੰ ਵੇਖ ਕੇ ਉਸਨੇ ਅਨੁਮਾਨ ਲਗਾਇਆ ਕਿ ਇਸ ਤੋਂ ਵੱਧ ਸੁਖੀ ਹੋਰ ਕੌਣ ਹੋ ਸਕਦਾ ਹੈ। ਉਧਰ ਪੂਰਨਾ ਕਰਨ ਮਗਰੋਂ ਭਾਈ ਮਰਦਾਨਾ ਜੀ ਕਾਫੀ ਦੇਰ ਤੱਕ ਇਸ ਸ਼ਾਹੂਕਾਰ ਦੀ ਦੁਕਾਨ ਦੇ ਆਸ-ਪਾਸ ਫਿਰਦੇ ਰਹੇ ਤੇ ਫਿਰ ਸਭ ਕੁਝ ਵੇਖ ਚਾ ਕੇ ਮੁੜ ਆਏ, ਪਰ ਮਨ ਵਿੱਚ ਸੁੱਖ ਤੇ ਦੁੱਖ ਦੋਹਾਂ ਦੀ ਗਿਣਤੀ ਕਰਦੇ ਆ ਰਹੇ ਸਨ। ਆਉਂਦੇ ਹੀ ਅੰਤਰਜਾਮੀ ਸਤਿਗੁਰੂ ਜੀ ਨੇ ਪੁੱਛਿਆ, ਸੁਣਾ ਭਾਈ ਮਰਦਾਨਾ, ਨਗਰੀ ਵੇਖੀ ਹੈ, ਭੋਜਨ ਮਿਲਿਆ ਹੈ? ਜੀ ਹਾਂ, ਭੋਜਨ ਤਾਂ ਮਿਲਿਆ ਹੈ, ਪਰ ਇੱਕ ਗੱਲ। ਅੱਗੋਂ ਭਾਈ ਮਰਦਾਨਾ ਜੀ ਬੋਲਣੋਂ ਰੁਕ ਗਿਆ। ਗੁਰੂ ਜੀ ਨੇ ਪੁੱਛਿਆ, ਭਾਈ ਮਰਦਾਨਾ, ਕੀ ਕੋਈ ਖਾਸ ਗੱਲ ਹੈ? ਦੱਸੋ ਤਾਂ ਸਹੀ। ਮਹਾਰਾਜ, ਅੱਜ ਮੈਂ ਇੱਕ ਐਸੇ ਆਦਮੀ ਨੂੰ ਦੇਖਿਆ ਹੈ ਜਿਸ ਨੂੰ ਵੱਡਾ ਸੁਖੀ ਸਮਝਦਾ ਹਾਂ, ਤੇ ਉਦੋਂ ਦਾ ਸੋਚਦਾ ਆ ਰਹਾ ਹਾਂ ਕਿ ਦੁਨੀਆ ਤੇ ਜਿਸ ਨੂੰ ਇੰਨੇ ਸੁੱਖ ਪ੍ਰਾਪਤ ਹੋਣ, ਉਸ ਨਾਲੋਂ ਸੁਖੀ ਤੇ ਵੱਡੇ ਭਾਗਾਂ ਵਾਲਾ ਹੋਰ ਕੌਣ ਹੋ ਸਕਦਾ ਹੈ। ਭਾਈ ਮਰਦਾਨਾ ਜੀ ਦੀ ਗੱਲ ਸੁਣ ਕੇ ਗੁਰੂ ਜੀ ਹੱਸ ਪਏ ਤੇ ਕਿਹਾ, ਮਰਦਾਨਿਆ, ਤੂੰ ਭੁਲੇਖਾ ਖਾਂਦਾ ਹੈ। ਜਿਸ ਮਨੁੱਖ ਨੂੰ ਤੂੰ ਵੱਡਾ ਸੁਖੀ ਸਮਝਦਾ ਹੈ, ਉਹ ਵੱਡਾ ਦੁਖੀ ਹੈ, ਪਰ ਉਸ ਦੇ ਦੁੱਖ ਨੂੰ ਉਹੀ ਜਾਣਦਾ ਹੈ ਉਹ ਦੁਖੀ ਹੈ। ਜਾ ਪੁੱਛ ਕੇ ਵੇਖ ਲੈ, ਤੇਰੀ ਤਸੱਲੀ ਹੋ ਜਾਵੇਗੀ। ਮਹਾਰਾਜ, ਉਹਨੂੰ ਕੀ ਦੁੱਖ ਹੋ ਸਕਦਾ ਹੈ ਜਿਸ ਕੋਲ ਬੇਅੰਤ ਮਾਇਆ, ਅਣਗਿਣਤ ਨੌਕਰ ਚਾਕਰ ਤੇ ਹੁਕਮ ਹਾਸਲ ਹੈ, ਰਹਿਣ ਨੂੰ ਵੱਡੇ ਸੁੰਦਰ ਮਹਿਲ ਤੇ ਪਹਿਨਣ ਲਈ ਰੇਸ਼ਮ ਤੇ ਜਰੀ ਦੇ ਕੱਪੜੇ ਹਨ। ਉਸਦੇ ਤਾਂ ਮੈਂ ਗਹਿਣੇ ਵੀ ਕਿੰਨੇ ਹੀ ਪਾਏ ਹੋਏ ਵੇਖੇ ਹਨ। ਠੀਕ ਹੈ ਭਾਈ ਮਰਦਾਨਾ ਜੀ, ਜੋ ਤੂੰ ਆਖਦਾ ਹੈ ਇਹ ਸਭ ਕੁਝ ਠੀਕ ਹੈ, ਪਰ ਜੋ ਤੂੰ ਉਸਦੇ ਵੱਡੇ ਸੁਖੀ ਹੋਣ ਦਾ ਅਨੁਮਾਨ ਲਾਇਆ ਹੈ, ਇਸ ਦਾ ਤੈਨੂੰ ਭੁਲੇਖਾ ਹੈ। ਉਹ ਦੁਖੀ ਹੈ ਤੇ ਉਸ ਦਾ ਮਨ ਇੰਨਾ ਦੁਖੀ ਹੈ ਕਿ ਬਹੁਤਾ ਹੀ ਲਾਚਾਰ ਹੈ। ਤੂੰ ਜਾ ਕੇ ਪੁੱਛ ਕੇ ਸਭ ਗੱਲ ਦਾ ਪਤਾ ਕਰ ਆ। ਜੇ ਤੈਨੂੰ ਯਕੀਨ ਨਹੀਂ, ਚੰਗਾ, ਇਹ ਵੀ ਪਤਾ ਕਰਕੇ ਹੀ ਪਤਾ ਲੱਗੇਗਾ ਕਿ ਐਸੇ ਆਦਮੀ ਨੂੰ ਕੀ ਦੁੱਖ ਹੋ ਸਕਦਾ ਹੈ। ਇਹ ਆਖੇ ਮਰਦਾਨਾ ਜੀ ਨਗਰੀ ਵੱਲ ਚਲੇ ਗਏ ਤੇ ਉਸੇ ਸ਼ਾਹੂਕਾਰ ਦੀ ਦੁਕਾਨ ਤੇ ਫਿਰ ਜਾ ਪੁੱਜੇ। ਭਾਈ ਮਰਦਾਨਾ ਜੀ ਦੁਕਾਨ ਦੇ ਬਾਹਰ ਖਲੋ ਕੇ ਦੁਕਾਨ ਦੇ ਮਾਲਕ ਵੱਲ ਦੇਖਣ ਲੱਗ ਪਏ। ਮਾਲਕ ਸ਼ਾਹੂਕਾਰ ਦੇ ਥੱਲੇ ਕੀਮਤੀ ਗਲੀਚਾ ਵਿਛਿਆ ਹੋਇਆ ਸੀ, ਪਸ਼ਮੀਨੇ ਦੇ ਸਰਾਣੇ ਤੇ ਟੋਲ ਲਾ ਕੇ ਬੈਠਾ ਹੋਇਆ ਸੀ। ਨੇੜੇ ਹੀ ਖਜ਼ਾਨਚੀ ਤੇ ਅਕਾਊਂਟੈਂਟ, ਮਾਇਆ ਦੇ ਸਾਂਭਣ ਵਾਲੇ ਬੈਠੇ ਸਭ ਕੁਝ ਲਿਖੀ ਤੇ ਗਿਣੀ ਜਾ ਰਹੇ ਸਨ। ਮਰਦਾਨਾ ਜਦੋਂ ਕੁਝ ਮਿੰਟ ਬਾਹਰ ਹੀ ਖਲੋ ਕੇ ਵੇਖਦਾ ਰਿਹਾ। ਉਹ ਦੁਕਾਨ ਦੇ ਅੰਦਰ ਤਾਂ ਆਉਣਾ ਚਾਹੁੰਦਾ ਸੀ, ਪਰ ਝਿਜਕਦਾ ਤੇ ਡਰਦਾ ਸੀ। ਸ਼ਾਹੂਕਾਰ ਦੀ ਨਜ਼ਰ ਵੀ ਇੱਕ ਦੋ ਵਾਰ ਮਰਦਾਨਾ ਜੀ ਤੇ ਪਹਿਲੇ ਪੈ ਚੁੱਕੀ ਸੀ, ਪਰ ਮਰਦਾਨੇ ਨੂੰ ਬਹੁਤੇ ਚਿਰ ਤੋਂ ਖੜਾ ਵੇਖ ਸ਼ਾਹੂਕਾਰ ਨੇ ਆਪ ਹੀ ਉਸ ਨੂੰ ਅੰਦਰ ਬੁਲਾ ਲਿਆ। ਕੀ ਗੱਲ ਹੈ ਭਾਈ ਮਿੱਤਰਾ, ਕਿਸ ਨੂੰ ਵੇਖਦਾ ਹੈ? ਸ਼ਾਹੂਕਾਰ ਨੇ ਪੁੱਛਿਆ ਤੇ ਕੋਲ ਬਿਠਾ ਲਿਆ। ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਸੀ, ਪਰ ਮੌਕਾ ਵੇਖ ਰਹਾ ਸਾਂ। ਮਰਦਾਨੇ ਨੇ ਕਿਹਾ, ਦੱਸੋ ਕੀ ਹੁਕਮ ਹੈ? ਮੈਂ ਗੱਲ ਤਾਂ ਪੁੱਛਣੀ ਹੈ, ਜੇ ਜਰਾ ਇਕਾਂਤ ਵਿੱਚ ਹੋ ਜਾਓ। ਸ਼ਾਹੂਕਾਰ ਸੋਚੀ ਪੈ ਗਿਆ ਕਿ ਖਬਰੇ ਇਸਨੇ ਕੀ ਪੁੱਛਣਾ ਹੈ। ਉਸ ਦੇ ਮੱਥੇ ਤੇ ਤਰੇਲੀ ਆ ਗਈ, ਚਿਹਰੇ ਤੇ ਜਲਾਲਪਨ ਵਿੱਚ ਵੀ ਕੁਝ ਫਰਕ ਪੈ ਗਿਆ। ਕੀ ਗੱਲ ਹੈ? ਕੋਈ ਬਹੁਤੀ ਜ਼ਰੂਰੀ ਗੱਲ ਹੈ? ਹਾਂ, ਬਹੁਤੀ ਹੀ ਜ਼ਰੂਰੀ ਹੈ। ਮੈਂ ਅੱਗੇ ਵੀ ਆਇਆ ਸੀ,
ਪਰ ਉਦੋਂ ਤੁਹਾਨੂੰ ਪੁੱਛਣਾ ਠੀਕ ਨਹੀਂ ਸੀ ਸਮਝਿਆ। ਪਰ ਹੁਣ ਮੇਰੇ ਗੁਰਦੇਵ ਜੀ ਦਾ ਹੁਕਮ ਹੋਇਆ ਹੈ, ਇਸ ਲਈ ਆਇਆ ਹਾਂ। ਹੁਣ ਸ਼ਾਹੂਕਾਰ ਉੱਠ ਬੈਠਾ। ਜਿੱਥੇ ਉਹ ਬੈਠਾ ਸੀ ਉਸ ਦੇ ਪਿੱਛੇ ਹੀ ਉਸ ਦਾ ਖਾਸ ਕਮਰਾ ਸੀ। ਉਹ ਭਾਈ ਮਰਦਾਨਾ ਜੀ ਨੂੰ ਲੈ ਗਿਆ। ਭਾਈ ਮਰਦਾਨਾ ਜੀ ਨੇ ਜੋ ਗੱਲ ਗੁਰੂ ਜੀ ਨਾਲ ਹੋਈ ਸੀ ਦੱਸੀ ਤੇ ਕਿਹਾ ਕਿ ਹੁਣ ਦੱਸੋ, ਤੁਸੀਂ ਸੁਖੀ ਹੋ ਕਿ ਦੁਖੀ? ਸ਼ਾਹੂਕਾਰ ਨੇ ਜਦ ਸੁਖੀ ਤੇ ਦੁਖੀ ਦੀ ਗੱਲ ਸੁਣੀ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕਿਹਾ, ਠੀਕ ਹੈ, ਤੁਹਾਡੇ ਗੁਰਦੇਵ ਜੀ ਠੀਕ ਆਖਦੇ ਹਨ। ਮੇਰੇ ਵਰਗਾ ਦੁਖੀ ਤਾਂ ਇਸ ਸੰਸਾਰ ਤੇ ਹੈ ਹੀ ਕੋਈ ਨਹੀਂ। ਹੈ ਤੁਸੀਂ ਦੁਖੀ ਹੋ? ਹਾਂ, ਮੇਰੇ ਮਨ ਨੂੰ ਜੋ ਦੁੱਖ ਹੈ, ਪੀੜਾ ਹੈ, ਉਹ ਸੰਸਾਰ ਵਿੱਚ ਸ਼ਾਇਦ ਹੀ ਕਿਸੇ ਹੋਰ ਨੂੰ ਹੋਵੇ। ਉਹ ਪੀੜਾ ਕਾਦੀ ਹੈ? ਜੜਾ ਖੋਲ ਕੇ ਦੱਸੋ ਤਾਂ ਸਹੀ। ਇਹ ਆਖ ਕੇ ਫਿਰ ਮਰਦਾਨਾ ਜੀ ਦੇ ਮੂੰਹੋਂ ਨਿਕਲਿਆ, ਧੰਨ ਮੇਰਾ ਜਜਮਾਨ। ਗੁਰੂ ਨਾਨਕ, ਮੈਂ ਐਵੇਂ ਹੀ ਕਈ ਵਾਰ ਚਿੱਥਾ ਜਾ ਪੈ ਜਾਂਦਾ ਹਾਂ। ਭੁੱਖ ਦੇ ਦੁੱਖ ਤੋਂ ਹੀ ਉਹਨਾਂ ਨਾਲੋਂ ਵਿਛੜ ਕੇ ਘਰ ਤੁਰ ਜਾਣ ਲਈ ਜਿੱਦ ਕਰਦਾ ਹਾਂ। ਪਰ ਜਦ ਇਹੋ ਜਿਹੇ ਕੌਤਕ ਵੇਖਦਾ ਹਾਂ ਤਾਂ ਮੁੜ ਚੜ੍ਹਨੀ ਲੱਗ ਕੇ ਭੁੱਲ ਬਖਸ਼ਾ ਲੈਂਦਾ ਹਾਂ। ਮੈਂ ਭੁੱਲਾਂ ਕਰਨ ਵਾਲੀ ਹੱਦ ਕਰ ਦਿੱਤੀ ਹੋਈ ਹੈ, ਪਰ ਉਹਨਾਂ ਦੀ ਬਖਸ਼ਿਸ਼ ਤੇ ਕਿਰਪਾ ਨੇ ਮੈਨੂੰ ਸਮੇਂ ਸਿਰ ਸਭ ਦੁੱਖਾਂ ਤੋਂ ਬਚਾਇਆ ਹੈ। ਸ਼ਾਹੂਕਾਰ ਸਿਆਣਾ ਸੀ। ਉਸਨੇ ਮਰਦਾਨਾ ਜੀ ਦੀ ਇਸੇ ਗੱਲ ਤੋਂ ਹੀ ਅੰਦਾਜ਼ਾ ਲਾ ਲਿਆ ਕਿ ਇਹ ਕਿਸੇ ਕਾਮਲ ਮੁਰਸ਼ਦ ਦਾ ਚੇਲਾ ਹੈ, ਜਿਸ ਨੇ ਬਿਨਾਂ ਦੇਖੇ ਹੀ ਮੇਰੇ ਦੁਖੀ ਹੋਣ ਦਾ ਅਨੁਮਾਨ ਲਾ ਲਿਆ ਹੈ। ਸ਼ਾਹੂਕਾਰ ਨੇ ਮਰਦਾਨਾ ਜੀ ਨੂੰ ਦੱਸਿਆ, ਦੁਖੀ ਹੋਣ ਦਾ ਕਾਰਨ ਮੇਰੀ ਆਪਣੀ ਗਲਤੀ ਹੈ, ਮੇਰੀ ਆਪਣੀ ਹਉਮੈ ਹੈ, ਗਲਤ ਤੇ ਝੂਠਾ ਪਿਆਰ ਹੈ। ਪਰ ਇਹਨਾਂ ਬੁਝਾਰਤਾਂ ਨੂੰ ਮੇਰਾ ਮੁਰਸ਼ਦ ਤਾਂ ਭਾਵੇਂ ਸਮਝ ਲਵੇ, ਮੈਂ ਨਹੀਂ ਸਮਝ ਸਕਦਾ। ਤੁਸੀਂ ਤਾਂ ਮੈਨੂੰ ਦੁੱਖ ਦਾ ਜੋ ਠੀਕ ਕਾਰਨ ਹੈ ਉਹ ਦੱਸੋ। ਤੁਹਾਡੀਆਂ ਗੱਲਾਂ ਤੋਂ ਇਹ ਤਾਂ ਪਤਾ ਲੱਗ ਗਿਆ ਹੈ ਕਿ ਤੁਸੀਂ ਠੀਕ ਹੀ ਦੁਖੀ ਹੋ। ਮੇਰੇ ਗੁਰਦੇਵ ਜੀ ਨੇ ਠੀਕ ਕਿਹਾ ਹੈ, ਪਰ ਹੁਣ ਮੈਨੂੰ ਉਸ ਦੇ ਕਾਰਨ ਤੋਂ ਤਾਂ ਜਾਣੂ ਕਰਵਾ ਦਿਓ ਕਿ ਕਿਹੜੀ ਗਲਤੀ ਕਰਕੇ ਤੁਸੀਂ ਇੰਨਾ ਵੱਡਾ ਦੁੱਖ ਆਪਣੇ ਗਲ ਪਾ ਲਿਆ ਹੈ, ਜਿਸ ਦਾ ਕਿ ਇਲਾਜ ਕੋਈ ਨਹੀਂ। ਮਰਦਾਨਾ ਜੀ ਦੇ ਬਾਰ-ਬਾਰ ਕਹਿਣ ਤੇ ਸ਼ਾਹੂਕਾਰ ਨੇ ਦੱਸਿਆ, ਮੈਂ ਆਪਣੀ ਇਸਤਰੀ ਨੂੰ ਬਹੁਤ ਹੀ ਪਿਆਰ ਕਰਦਾ ਸਾਂ, ਕਿਉਂਕਿ ਮੇਰੇ ਦਿਲ ਤੇ ਉਸ ਦੇ ਹੁਸਨ, ਉਸ ਦੀ ਸੁੰਦਰਤਾ ਅਤੇ ਉਸ ਦੀ ਮਿੱਠੀ ਬੋਲੀ ਦਾ ਛੱਪਾ ਪੈ ਗਿਆ ਹੋਇਆ ਸੀ। ਉਹ ਬਿਮਾਰ ਹੋ ਗਈ ਤੇ ਇੰਨੀ ਬਿਮਾਰ ਕਿ ਉਸ ਦੇ ਬਚਣ ਦੀ ਆਸ ਹੀ ਕੋਈ ਨਾ ਰਹੀ। ਮੈਂ ਉਸ ਦੀ ਹਾਲਤ ਤੇ ਬੜਾ ਦੁਖੀ ਹੋਵਾਂ, ਹੌਕੇ ਭਰਾਂ ਤੇ ਰੋਵਾਂ। ਇਸਤਰੀ ਨੇ ਮੇਰੀ ਹਾਲਤ ਵੇਖੀ ਤਾਂ ਕਿਹਾ, ਪਤੀ ਦੇਵ, ਰੋ ਨਾ, ਮੇਰੇ ਮਰਨ ਦੀ ਦੇਰ ਹੈ, ਮੇਰੇ ਵਰਗੀ ਤੁਹਾਨੂੰ ਹੋਰ ਕੋਈ ਮਿਲ ਜਾਵੇਗੀ। ਮੇਰੀ ਪਤਨੀ ਦੇ ਇਹ ਸ਼ਬਦ ਮੇਰੇ ਹਿਰਦੇ ਨੂੰ ਵਿੰਨ ਗਏ। ਮੇਰੇ ਹਿਰਦੇ ਵਿੱਚ ਜੋਸ਼ ਉੱਠਿਆ, ਪਿਆਰ ਦਾ ਤੂਫਾਨ ਉੱਠ ਖਲੋਤਾ। ਮੈਂ ਕਹਾ, ਮੇਰੇ ਹਿਰਦੇ ਦੀ ਮਾਲਕ, ਤੂੰ ਇਹ ਗੱਲ ਮੈਨੂੰ ਗਲਤ ਕਹੀ ਹੈ। ਮੈਂ ਸੱਚ ਕਹਿੰਦਾ ਹਾਂ ਕਿ ਤੇਰੇ ਤੋਂ ਬਿਨਾਂ ਕਿਸੇ ਨਾਲ ਵੀ ਇਸ ਜ਼ਿੰਦਗੀ ਵਿੱਚ ਪਿਆਰ ਨਹੀਂ ਕਰਾਂਗਾ, ਭਾਵੇਂ ਕੁਝ ਵੀ ਹੋਵੇ। ਮੇਰੀ ਗੱਲ ਸੁਣ ਕੇ ਇਸਤਰੀ ਨੇ ਕਿਹਾ, ਇਹ ਗੱਲ ਮੇਰੇ ਮੰਨਣ ਵਿੱਚ ਆ ਨਹੀਂ ਸਕਦੀ। ਇਹ ਕਹਿ ਕੇ ਉਸਦੇ 2-4 ਮਿਸਾਲਾਂ ਦਿੱਤੀਆਂ। ਉਹਨਾਂ ਦੇ ਨਾਂ ਦੱਸੇ ਜਿਨ੍ਹਾਂ ਨੇ ਆਪਣੀਆਂ ਪਹਿਲੀਆਂ ਘਰ ਵਾਲੀਆਂ ਦੇ ਮਰਨ ਮਗਰੋਂ ਦੂਜਾ ਵਿਆਹ ਕਰਾ ਲਿਆ। ਜਿਨ੍ਹਾਂ ਦੇ ਉਸਨੇ ਨਾਂ ਲਏ ਉਹਨਾਂ ਨੂੰ ਮੈਂ ਵੀ ਜਾਣਦਾ ਸਾਂ ਤੇ ਮੇਰੀ ਇਸਤਰੀ ਨੇ ਇਹ ਗੱਲ ਬਿਲਕੁਲ ਠੀਕ ਕਹੀ ਸੀ, ਪਰ ਮੈਂ ਉਹਨਾਂ ਵਰਗਾ ਬੇਵਫਾ ਨਹੀਂ। ਮੇਰਾ ਤਾਂ ਤੇਰੇ ਨਾਲ ਹੀ ਸਭ ਕੁਝ ਹੈ। ਤੇਰੇ ਖਤਮ ਹੁੰਦੇ ਹੀ ਮੈਂ ਵੀ ਖਤਮ ਹੋ ਜਾਵਾਂਗਾ, ਆਪਣੇ ਢਿੱਡ ਵਿੱਚ ਛੁਰਾ ਮਾਰ ਕੇ ਮਰ ਜਾਵਾਂਗਾ। ਮੇਰੀ ਬਿਮਾਰ ਇਸਤਰੀ ਨੇ ਕਹਾ ਕਿ ਮੈਂ ਨਹੀਂ ਮੰਨਦੀ। ਮੈਂ ਕਿਹਾ, ਤੈਨੂੰ ਯਕੀਨ ਕਿਵੇਂ ਕਰਾਵਾਂ? ਉਸਨੇ ਕਿਹਾ, ਮੈਨੂੰ ਯਕੀਨ ਤਾਂ ਹੋ ਸਕਦਾ ਹੈ ਜੇ ਆਪਣੀ ਇੰਦਰੀ ਮੇਰੇ ਸਾਹਮਣੇ ਵੱਢ ਦਿਓ। ਇਸੇ ਇੰਦਰੀ ਨੇ ਹੀ ਤੁਹਾਨੂੰ ਹੋਰ ਵਿਆਹ ਕਰਨ ਲਈ ਮਜਬੂਰ ਕਰਨਾ ਹੈ। ਬਸ ਭਾਈ ਮਿੱਤਰਾ, ਮੇਰੇ ਤੋਂ ਝੂਠੇ ਪਿਆਰ ਅਤੇ ਝੂਠੇ ਮੋਹ ਵਿੱਚ ਆ ਕੇ ਇਹੋ ਗਲਤੀ ਹੋ ਗਈ ਹੈ। ਮੈਂ ਉਸੇ ਸਮੇਂ ਜੋਸ਼ ਵਿੱਚ ਆਏ ਹੋਏ ਨੇ ਛੁਰੀ ਨਾਲ ਉਸ ਦੇ ਸਾਹਮਣੇ ਆਪਣੀ ਇੰਦਰੀ ਕੱਟ ਦਿੱਤੀ। ਇਸ ਦੇ ਕੱਟਣ ਨਾਲ ਮੈਂ ਬੇਹੋਸ਼ ਹੋ ਕੇ ਡਿੱਗ ਪਿਆ। ਮੱਲਮ ਪੱਟੀ ਕਰਨ ਵਾਲੇ ਵੈਦਾਂ ਹਕੀਮਾਂ ਨੇ ਬੜੀ ਮੁਸ਼ਕਲ ਨਾਲ ਮੇਰੀ ਜਾਨ ਬਚਾਈ, ਪਰ ਆ ਜੇ ਮੈਂ ਨਾ ਹੀ ਬਚਦਾ ਤਾਂ ਠੀਕ ਸੀ। ਪਰ ਇਸ ਦੇ ਨਾਲ ਹੀ ਮੇਰੀ ਬਿਮਾਰ ਇਸਤਰੀ
ਅੱਜ ਹੋਰ ਕੱਲ ਹੋਰ, ਮੇਰੇ ਨਾਲੋਂ ਪਹਿਲੋਂ ਹੀ ਚੰਗੀ ਭਲੀ ਹੋ ਗਈ ਤੇ ਅੱਜ ਮੈਂ ਉਸੇ ਇਸਤਰੀ ਦਾ ਗੁਲਾਮ ਹਾਂ। ਉਸਨੇ ਸਭ ਕਾਗਜ਼ਾਂ ਪੱਤਰਾਂ ਉੱਤੇ ਮੇਰੇ ਕੋਲੋਂ ਦਸਤਖਤ ਕਰਵਾ ਕੇ ਮੇਰੇ ਕੋਲੋਂ ਮਾਲਕੀ ਦੇ ਹੱਕ ਲਿਖਵਾ ਲਏ ਹਨ, ਪਰ ਇਹਨਾਂ ਕਾਗਜ਼ਾਂ ਦੇ ਦਸਤਖਤਾਂ ਦਾ ਵੀ ਮੈਨੂੰ ਦੁੱਖ ਨਹੀਂ ਹੈ, ਸਗੋਂ ਦੁੱਖ ਇਹ ਹੈ ਕਿ ਉਹ ਇਸਤਰੀ ਜਿਸ ਦੇ ਪਿਆਰ ਵਿੱਚ ਆ ਕੇ ਮੈਂ ਆਪਣੀ ਇੰਦਰੀ ਕੱਟੀ ਸੀ, ਅੱਜ ਉਹ ਹੋਰਨਾਂ ਨਾਲ ਮੇਰੇ ਸਾਹਮਣੇ ਹੀ ਤੁਰਦੀ ਫਿਰਦੀ ਹੈ ਤੇ ਮੇਰੇ ਕਹਿਣ ਵੱਲ ਹੁਣ ਖਿਆਲ ਹੀ ਨਹੀਂ ਕਰਦੀ। ਇਹ ਆਖੀ ਉਹ ਸ਼ਾਹੂਕਾਰ ਤਾਹੀ ਰੋਣ ਲੱਗ ਗਿਆ। ਮਰਦਾਨੇ ਨੇ ਉਸ ਨੂੰ ਢਾਰਸ ਦਿੱਤੀ ਤੇ ਚੁੱਪ ਕਰਾਇਆ। ਇਹ ਸ਼ਾਹੂਕਾਰ ਮਰਦਾਨੇ ਦੇ ਨਾਲ ਚੱਲ ਕੇ ਫਿਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਨਿਰੰਕਾਰੀ ਗੁਰੂ ਜੀ ਨੇ ਦਰਸ਼ਨ ਕਰਕੇ ਹਿਰਦੇ ਨੂੰ ਕੁਝ ਠੰਡ ਪਾਈ, ਜਿਸ ਵਿੱਚ ਪਛਤਾਵੇ ਦੀ ਅਗਨੀ ਹਰ ਵੇਲੇ ਹੀ ਬਲਦੀ ਰਹਿੰਦੀ ਸੀ। ਗੁਰੂ ਜੀ ਨੇ ਉਸੇ ਨੂੰ ਸ਼ਾਂਤੀ ਦੇਣ ਲਈ ਫਿਰ ਉਹਨਾਂ ਲੋਕਾਂ ਦੇ ਦੁੱਖਾਂ ਦਾ ਵਰਣਨ ਕਰਦੇ ਹਨ, ਉਹਨਾਂ ਦਾ ਰੋਣਾ ਬਿਆਨ ਕਰਦੇ ਹਨ ਜੋ ਵੱਡੀਆਂ ਸ਼ਕਤੀਆਂ ਵਾਲੇ ਸਨ। ਸਹੰਸਰ ਦਾਨ ਤੇ ਇੰਦਰ ਰੋਇਆ ਵਾਲਾ ਸ਼ਬਦ ਗੁਰੂ ਜੀ ਨੇ ਇਸੇ ਪ੍ਰਥਾਏ ਉਚਾਰਿਆ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਉਸ ਸ਼ਾਹੂਕਾਰ ਦੇ ਮਨ ਨੂੰ ਕੁਝ ਧੀਰਜ ਹੋਇਆ ਤੇ ਸ਼ਾਂਤੀ ਆਈ। ਨਾਮ ਜਪਣਾ, ਪ੍ਰਭੂ ਨੂੰ ਯਾਦ ਕਰਨਾ ਹੀ ਸਭ ਦੁੱਖਾਂ ਦਾ ਦਾਰੂ ਹੈ। ਦੁੱਖ ਪ੍ਰਭੂ ਦੇ ਨਾਮ ਨੂੰ ਵਿਸਾਰਨ ਨਾਲ ਹੀ ਪੈਦਾ ਹੁੰਦੇ ਹਨ। ਇਸ ਸੰਸਾਰ ਦੀਆਂ ਇਹਨਾਂ ਛੱਲਾਂ ਦੁੱਖਾਂ ਸੁੱਖਾਂ ਦੇ ਚੱਕਰ ਵਿੱਚੋਂ ਉਹੀ ਸਹੀ ਸਲਾਮਤ ਪਾਰ ਹੋਵੇਗਾ ਜੋ ਪ੍ਰਭੂ ਦੇ ਭਾਣੇ ਵਿੱਚ ਚੱਲੇਗਾ। ਉਸ ਦੀ ਰਜ਼ਾ ਨੂੰ ਮੰਨ ਕੇ ਦੁੱਖਾਂ ਵਿੱਚ, ਉਸ ਦਾ ਸਿਮਰਨ ਦੇ ਸੁੱਖਾਂ ਵਿੱਚ ਵੀ ਉਸ ਦੀ ਯਾਦ ਨੂੰ ਨਹੀਂ ਭੁਲਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ